ਸਤਿ ਸ਼੍ਰੀ ਅਕਾਲ ਜੀ। ਮੈਂ ਰੂਹੀ ਹਾਂ, ਰੂਹੀ ਜਾਨ। ਲੋਕ ਕਹਿੰਦੇ ਕਿ ਮੈਂ ਬਹੁਤ ਸੋਹਣੀ ਹਾਂ। ਸ਼ੀਸ਼ਾ ਦੇਖ ਮੈਨੂੰ ਵੀ ਲੱਗਦਾ ਕਿ ਮੈਂ ਬਹੁਤ ਸੋਹਣੀ ਹਾਂ, ਪਰ ਜੇ ਇਹ ਸ਼ੀਸ਼ਾ ਨਾ ਹੋਵੇ ਤਾਂ ਮੈਂ ਸੋਹਣੀ ਨਹੀਂ ਬਣ ਸਕਦੀ। ਸ਼ੀਸ਼ਾ ਦੇਖ ਦੇਖ ਹੀ ਮੈਨੂੰ ਸੋਹਣੀ ਬਣਨਾ ਆਉਂਦਾ ਹੈ। 10 ਵਾਰ ਤਾਂ ਮੈਂ ਮੇਕਅਪ ਕਰਦੀ ਹਾਂ ਤੇ ਸ਼ਾਇਦ ਉਨੀ ਦੇਰ ਤੱਕ ਕਰਦੀ ਰਹਿੰਦੀ ਹਾਂ ਜਦ ਤੱਕ ਮੈਨੂੰ ਮੇਰਾ ਮਨ ਚਾਹਿਆ ਰੂਪ ਨਜ਼ਰ ਨਹੀਂ ਆਉਣ ਲੱਗ ਜਾਂਦਾ। ਪਰ ਇਹ ਗੱਲ ਤਾਂ ਮੈਨੂੰ ਹੀ ਪਤਾ ਹੈ, ਲੋਕਾਂ ਨੂੰ ਨਹੀਂ। ਮੇਰਾ ਤਾਂ ਦਰਜੀ ਵੀ ਮੇਰੇ ਤੋਂ ਔਖਾ ਹੋ ਜਾਂਦਾ। ਪਤਾ ਕਿਉਂ? ਜੇ ਸੂਟ ਫਿੱਟ ਨਾ ਆਵੇ ਤਾਂ 20 ਵਾਰੀ ਤਾਂ ਦ੍ਰਿੜਿਆਉਂਦੀ ਹਾਂ, ਪਰ ਉਸ ਮਨਚਾਹੇ ਲਿਬਾਸ ਦਾ ਕੀ ਕਰਾਂ ਜੋ ਮੈਨੂੰ ਕਦੇ ਫਿੱਟ ਹੀ ਨਹੀਂ ਆ ਸਕਦਾ, ਉੱਧੜ ਹੀ ਨਹੀਂ ਸਕਦਾ। ਨਹੀਂ ਤਾਂ ਖੈਰ, ਮੈਂ ਦੱਸ ਦੇਵਾਂ ਕਿ ਮੈਂ ਡਾਂਸਰ ਹਾਂ ਇੱਕ ਧਰਮ ਨਿਰਪੱਖ ਦੇਸ਼ 'ਚ। ਇੱਕ ਧਰਮ ਨਿਰਪੱਖ ਡਾਂਸਰ। ਜਦ ਕਦੇ ਦੇਵੀ ਮਾਂ ਦੇ ਦਰਬਾਰ ਵਿੱਚ ਨੱਚਣਾ ਹੋਵੇ ਤਾਂ ਲਹਿੰਗਾ ਚੋਲੀ ਪਾ ਲੈਂਦੀ ਹਾਂ। ਤਲੀਆਂ 'ਤੇ ਅਲਤਾ ਅਤੇ ਤਹੇਲੀਆਂ 'ਤੇ ਮਹਿੰਦੀ ਚਾਅ ਨਾਲ ਲਾਉਂਦੀ ਹਾਂ। ਜੇ ਕਦੇ ਕਿਸੇ ਸੂਫੀ ਦਰਬਾਰ 'ਤੇ ਚੌਂਕੀ ਭਰਨੀ ਹੋਵੇ ਤਾਂ ਪੈਰਾਂ ਵਿੱਚ ਘੁੰਗਰੂ ਬੰਨ੍ਹ, ਹੱਥਾਂ ਵਿੱਚ ਖੜਤਾਲ ਫੜ, ਸੁਲਫੇ ਦੇ ਸੂਟੇ ਦਾ ਪ੍ਰਸਾਦ ਲੈ ਸੁਲਤਾਨ ਬਾਹੂ ਦੀਆਂ ਕਵਾਲੀਆਂ 'ਤੇ ਵੀ ਖੂਬ ਝੂਮਦੀ ਹਾਂ। ਮੇਰਾ ਕੀ ਹੈ, ਮੈਂ ਤਾਂ ਜਾਗੋ 'ਤੇ ਵੀ ਕਦੇ ਨਾਨਕੇ ਮੇਲ 'ਚ ਰਲ ਛੱਜ ਭੰਨ ਆਉਂਦੀ ਹਾਂ ਤੇ ਕਦੇ ਦਾਦਕੀ ਬਣ ਨਾਨਕਿਆਂ ਦੀ ਰੇਲ ਬਣਾ ਆਉਂਦੀ ਹਾਂ। ਕਦੇ ਮੈਂ ਪਾਰਵਤੀ ਬਣ ਕੇ ਸ਼ਿਵ ਦੀ ਅਰਾਧਨਾ ਵਿੱਚ ਲੀਨ ਹੁੰਦੀ ਹਾਂ ਤੇ ਕਦੇ ਰਾਜਿਆਂ ਦੀ ਕੁੜੀ ਬਣ ਹੱਥ ਵਿੱਚ ਤੂੰਬਾ ਚੱਕ ਗੁਰੂ ਗਿਆਨ ਕਰਦੀ ਹੋਈ ਥਿਰਕਾਉਂਦੀ ਹੁੰਦੀ ਹਾਂ। ਸੱਚੀ ਮੇਰਾ ਕੋਈ ਧਰਮ ਨਹੀਂ। ਮੈਂ ਤਾਂ ਕਿਸੇ ਮੁਜਰੇ ਦੀ ਵੀ ਕੰਜਰੀ ਹੁੰਦੀ ਹਾਂ ਤੇ ਕਦੇ ਮਸਤਾਂ ਦੇ ਡੇਰੇ ਵਿੱਚ ਲਾਲ ਸੁਰਖ ਧੁਖ ਦੇ ਧੂਣੇ ਦੀ ਅੱਗ ਨੂੰ ਆਪਣੀਆਂ ਤਲੀਆਂ ਨਾਲ ਨੱਚ ਨੱਚ ਕੇ ਬੁਝਾ ਰਹੀ ਹੁੰਦੀ ਹਾਂ। ਬੇਸ਼ੱਕ ਉਦੋਂ ਮਰਦਾਨਾ ਲਿਬਾਸ ਪਹਿਨਿਆ ਹੁੰਦਾ, ਮੈਂ ਇਹ ਸਭ ਕੁਝ ਫਿੱਟ ਰੱਖਦੀ ਹਾਂ ਸਿਵਾ ਉਸ ਦਿਨ ਮਨ ਚਾਹੇ ਲਿਬਾਸ ਦੇ। ਉਹ ਲਿਬਾਸ। ਪਤਾ ਤੁਹਾਨੂੰ ਮੈਂ ਪਿਛਲੇ 33 ਦਿਨਾਂ ਤੋਂ ਨਜ਼ਰਬੰਦ ਹਾਂ। ਓਹੋ, ਮੈਂ ਤਾਂ ਭੁੱਲ ਹੀ ਗਈ, ਤੁਸੀਂ ਸਾਰੇ ਹੀ ਤਾਂ ਨਜ਼ਰਬੰਦ ਹੀ ਹੋ। ਦੇਸ਼ ਵਿੱਚ ਤਾਲਾਬੰਦੀ ਜੋ ਚੱਲ ਰਹੀ ਹੈ, ਪਤਾ ਨਹੀਂ ਤੁਸੀਂ ਕੀ ਕਰ ਰਹੇ ਹੋਵੋਗੇ, ਪਰ ਮੈਂ ਕਿਰਾਏ 'ਤੇ ਇਕਲੌਤੇ ਚਵਾਰੇ 'ਚ ਹਾਂ। ਇੱਕ ਲੋਹੇ ਦਾ ਫੋਲਡਿੰਗ ਮੰਜਾ, ਇੱਕ ਅਲਮਾਰੀ, ਇੱਕ ਆਦਮਕਦ ਡਰੈਸਿੰਗ ਟੇਬਲ, ਇੱਕ ਰੇੜੂ ਬੈਗ, ਇੱਕ ਮਿਊਜ਼ਿਕ ਸਿਸਟਮ ਤੋਂ ਬਿਨਾਂ ਇੱਕ ਚੁੱਲ੍ਹੇ ਵਾਲਾ ਗੈਸ, 2 ਸਿਲੰਡਰ, ਕੁਝ ਭਾਂਡੇ ਤੇ ਮੇਰੇ ਕਿੰਨੇ ਸਾਰੇ ਸੂਟ ਜੋ ਅਲਮਾਰੀ ਵਿੱਚ ਹਨ ਤੇ ਮੈਂ ਕਮਰੇ ਦੀਆਂ ਤਿੰਨੇ ਕੰਧਾਂ ਨਾਲ ਲਾ ਕੇ ਰੱਖੇ ਸਮਾਨ ਦੀ ਥਾਂ ਮੈਂ ਬਦਲਦੀ ਰਹਿੰਦੀ ਹਾਂ। ਪਿਛਲੇ 33 ਦਿਨਾਂ 'ਚ ਮੈਂ ਘੱਟੋ ਘੱਟ 20 ਵਾਰੀ ਇਹ ਅਦਲਾ ਬਦਲੀ ਕੀਤੀ ਹੈ। ਪਰ ਜੇ ਨਹੀਂ ਬਦਲਿਆ ਤਾਂ ਉਹ ਸਾਹਮਣੇ ਕਾਰਨਰ 'ਚ ਇੱਕ ਸਟੈਂਡ 'ਤੇ ਰੱਖਿਆ ਟੀਵੀ ਨਹੀਂ ਬਦਲਿਆ। ਇਹ ਮਕਾਨ ਮਾਲਕਣ ਦਾ ਹੈ। ਵੈਸੇ ਤਾਂ ਪਿਛਲੇ 33 ਦਿਨਾਂ ਤੋਂ ਇਸ ਦੇ ਚੈਨਲਾਂ 'ਤੇ ਚੱਲਦੀਆਂ ਖਬਰਾਂ ਦਾ ਵਿਸ਼ਾ ਵੀ ਨਹੀਂ ਬਦਲਿਆ, ਇਸ ਲਈ ਕਿ ਦੋਵੇਂ ਗੱਲਾਂ ਮੇਰੇ ਹੱਥ 'ਚ ਨਹੀਂ। ਮੇਰੇ ਵੱਸ ਤਾਂ ਉਸ ਲਿਬਾਸ ਨੂੰ ਬਦਲਣਾ ਵੀ ਨਹੀਂ ਹੈ। ਜਦੋਂ ਮੈਂ ਪਹਿਲੀ ਵਾਰ ਉਸ ਲਿਬਾਸ ਨੂੰ ਪਹਿਨਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਸਜ਼ਾ ਮਿਲੀ ਜੋ ਆਦਮ ਅਤੇ ਹਵਾ ਨੂੰ ਵਹਿਸ਼ਤ ਦਾ ਉਹ ਵਰਜਿਤ ਫਲ ਚਖਣ ਦੀ ਮਿਲੀ ਸੀ। ਪਰ ਮੇਰਾ ਦਿਲ ਉਸੇ ਲਿਬਾਸ 'ਤੇ ਹੈ। ਲੋਕ ਕਹਿੰਦੇ ਆ ਕਿ ਮੇਰੇ ਤਨ 'ਤੇ ਹਰ ਲਿਬਾਸ ਜੱਚਦਾ ਹੈ, ਭਾਵੇਂ ਉਸ ਲਿਬਾਸ ਦਾ ਕੱਪੜਾ ਘੱਟ ਹੀ ਕਿਉਂ ਨਾ ਹੋਵੇ। ਸਗੋਂ ਘੱਟ ਕੱਪੜੇ 'ਤੇ ਲਿਬਾਸ ਵਾਲੀ ਰਾਤ ਤਾਂ ਮੇਰਾ ਪਰਸ ਨੋਟਾਂ ਨਾਲ ਵੱਧ ਭਰਿਆ ਹੁੰਦਾ। ਸਹੇਲੀਆਂ ਕਹਿੰਦੀਆਂ ਕਿ ਰੂਹੀ ਜਾਨ ਕੋਲ ਤਾਂ ਬਹੁਤ ਪੈਸਾ ਹੈਗਾ ਵੀ ਹੈ, ਪਰ ਰਹਿੰਦਾ ਨਹੀਂ। ਇਸ ਕਮਬਖਤ ਦਿਲ ਕਰਕੇ ਲਾਕਡਾਊਨ ਤੋਂ ਹਫ਼ਤਾ ਪਹਿਲਾਂ ਦੀ ਗੱਲ ਸੁਣ ਲਓ। ਜੋਤੀ ਭਾਬੀ ਦਾ ਫੋਨ ਆਇਆ, ਆਖੇ ਜਾਨ ਤੇਰੀਓ ਰੱਖਣ ਦੀਆਂ ਮੁੰਡੇ ਦੇ 10ਵੀਂ ਦੇ ਪੱਕੇ ਪੇਪਰ ਆ ਤੇ ਬਿਜਲੀ ਵਾਲੇ ਮੀਟਰ ਕੱਟ ਗਏ। ਤੈਨੂੰ ਪਤਾ ਕਿ ਦਿਨੇ ਤਾਂ ਵਿਚਾਰਾ ਪਹਿਲਾਂ ਸਕੂਲ ਜਾਂਦਾ ਹੈ ਤੇ ਫੇਰ ਲਾਂਡਰੀ ਕੱਪੜੇ ਪ੍ਰੈਸ ਕਰਨ ਰਾਤ ਹੀ ਹੁੰਦੀ ਹੈ ਉਸ ਕੋਲ ਪੜ੍ਹਨ ਲਈ। ਤੇਰੇ ਵੀਰ ਨੂੰ ਤਾਂ ਮੇਰੀਆਂ ਸੌਕਣਾਂ ਤੋਂ ਹੀ ਫੁਰਸਤ ਨਹੀਂ ਮਿਲਦੀ। ਮਹੀਨੇ ਵਿੱਚ ਕਈ ਵਾਰੀ ਤੇਰੇ ਭਤੀਜੇ ਨੂੰ ਵੀ ਡੀਜੇ ਦੇ ਨਾਲ ਜਾਣਾ ਪੈਂਦਾ, ਸਟੇਜ ਤੋਂ ਭੱਜ ਭੱਜ ਕੇ ਪੈਸੇ ਜੋ ਚੁੱਕਣੇ ਹੁੰਦੇ ਆ ਮਾਲਕ ਦੀ ਜੇਬ ਵਿੱਚ ਪਾਉਣ ਲਈ। ਤੇਰੇ ਵੀਰ ਦਾ ਤਾਂ ਤੈਨੂੰ ਪਤਾ ਹੀ ਹੈ। ਲੋਕ ਤਾਂ ਕਹਿੰਦੇ ਆ ਕਿ ਬਥੇਰਾ ਕਮਿਸ਼ਨ ਖਾਂਦਾ ਹੈ, ਬਥੇਰੀਆਂ ਸੋਹਣੀਆਂ ਡਾਂਸਰਾਂ ਇਸ ਦੇ ਸੰਪਰਕ ਵਿੱਚ ਹੁੰਦੀਆਂ, ਪਰ ਬਿੱਲ ਭਰਿਆ ਨਹੀਂ ਗਿਆ। 20,000 ਹੋ ਗਿਆ ਸੀ। ਅਗਲੇ ਮੀਟਰ ਕੱਟ ਗਏ। ਜੋਤੀ ਭਾਬੀ ਬਾਰ-ਬਾਰ ਗੱਚ ਭਰਦੀ ਇਹ ਸਭ ਕਹਿ ਰਹੀ ਸੀ ਕਿ ਤੇਰੇ ਭਤੀਜੇ 'ਤੇ ਹੀ ਆਸ ਹੈ, ਜੇ ਕਿਤੇ ਇਸ ਦੀ ਜ਼ਿੰਦਗੀ ਸੁਧਰ ਜੇ। ਇਸੇ ਪਿੱਛੇ ਤਾਂ ਮੈਂ ਅੱਕ ਚੱਬਿਆ ਸੀ। ਜੋਤੀ ਦਾ ਦੁੱਖ ਝੱਲਿਆ ਨਹੀਂ ਗਿਆ। ਅਲਮਾਰੀ 'ਚੋਂ ਕੱਢਿਆ 20,000 ਅਤੇ ਤੁਰ ਗਈ ਫੜਾਉਣ। ਇਹ ਤੱਕ ਭੁੱਲ ਗਈ ਕਿ ਜੋਤੀ ਉਸੇ ਦੀ ਘਰ ਵਾਲੀ ਹੈ ਜਿਸ ਨੇ ਮੇਰੇ ਨਾਲ ਧੋਖਾ ਕੀਤਾ ਸੀ, ਮੇਰੇ ਢਿੱਡ 'ਤੇ ਲੱਤ ਮਾਰੀ ਸੀ, ਮੇਰੇ ਤੋਂ ਰੁਜ਼ਗਾਰ ਖੋਹ ਕੇ ਉਸ ਨੂੰ ਦੇ ਦਿੱਤਾ ਸੀ, ਜਿਸ ਨੂੰ ਸਿਰਫ 8 ਦਿਨਾਂ ਲਈ ਆਪਣੀ ਥਾਂ 'ਤੇ ਭੇਜਿਆ ਸੀ। ਪਿਓ ਬਿਮਾਰ ਸੀ ਮੇਰਾ, ਭਰਾ ਹੋਇਆ ਨਾ ਹੋਇਆ ਇੱਕ ਬਰਾਬਰ ਸਿਰੇ ਦਾ ਨਸ਼ੇੜੀ, ਪਰ ਇਲਜ਼ਾਮ ਮੇਰੇ 'ਤੇ।
ਕਿ ਤੇਰੇ ਕਰਕੇ ਘਰ ਬਰਬਾਦ ਹੋਇਆ, ਤੇਰੇ ਕਰਕੇ ਹੀ ਵੱਡਾ ਨਸ਼ਿਆਂ ਦੇ ਰਾਹ ਤੁਰਿਆ। ਤੂੰ ਹੀ ਇਸ ਘਰ ਦੀ ਬਰਬਾਦੀ ਦਾ ਕਾਰਨ ਹੈ ਤੇ ਮੈਂ ਘਰ ਦੀ ਬਰਬਾਦੀ ਨੂੰ ਅਕਸਰ ਖੁਸ਼ਹਾਲੀ ਵਿੱਚ ਬਦਲਣ ਜਾਂਦੀ ਹਾਂ। ਉਹ ਵੀ ਅੱਧੀ ਰਾਤ ਘਰ ਵੜਦੀ ਹਾਂ, ਸਾਰੀ ਜਮ੍ਹਾਂ ਪੂੰਜੀ ਮਾਂ ਦੇ ਹੱਥ ਫੜਾ ਮੂੰਹ ਨੇਰੇ ਨਿਕਲ ਆਉਂਦੀ ਹਾਂ ਘਰੋਂ। ਆਖੇ ਜੇ ਕਿਸੇ ਦੇ ਮੱਥੇ ਲੱਗ ਗਈ ਤਾਂ ਸਰੀਕੇ ਵਿੱਚ ਨੱਕ ਵੱਢਿਆ ਜਾਊ। ਗੁੱਸਾ ਤਾਂ ਬਹੁਤ ਆਉਂਦਾ ਹੈ, ਪਰ ਉਸ ਮਾਂ 'ਤੇ ਤਰਸ ਵੀ ਆਉਂਦਾ ਹੈ ਜਿਹਨੇ ਚੰਗੇ ਦਿਨਾਂ ਦੀ ਆਸ ਵਿੱਚ ਹੀ ਜਵਾਨ ਕੀਤਾ ਸੀ ਸਾਨੂੰ। ਜਦ ਮੈਂ ਕੁਝ ਹੋਰ ਹੀ ਠੀਕਰਾ ਉਹਨਾਂ ਦੇ ਸਿਰ ਭੰਨ ਦਿੱਤਾ ਤਾਂ ਉਹ ਛਾਤੀ ਪਿੱਟਦੀ, ਕਦੇ ਢਿੱਡ ਵਿੱਚ ਮੁੱਕੀਆਂ ਮਾਰਦੀ, ਕਦੇ ਆਪਣੀ ਕੁੱਖ ਨੂੰ ਗਾਲਾਂ ਕੱਢਦੀ, ਕਦੇ ਆਪਣੇ ਫਿੱਟੇ ਦੁੱਧ ਨੂੰ, ਤੇ ਪਿਓ ਨੇ ਪੈਰੀਂ ਰੁਲਦੀ ਨੂੰ ਵੀ ਠੁੱਡਾ ਮਾਰ ਕੇ ਬਾਹਰ ਕੱਢ ਦਿੱਤਾ ਸੀ। 12ਵੀਂ ਤੱਕ ਪੜ੍ਹਾਉਣ ਅਤੇ ਉਦੋਂ ਤੱਕ ਪਾਲਣ ਪੋਸ਼ਣ ਦੀ ਕਿਸ਼ਤ ਮੰਗ ਲਈ। ਮੇਰੀ ਤਾਂ ਪਾਉਣੀ ਕਮਾਈ ਉਸੇ ਕਿਸ਼ਤ ਵਿੱਚ ਕੱਟੀ ਜਾਂਦੀ ਹੈ। ਚੌਥਾ ਹਿੱਸਾ ਮੇਰੇ ਲਈ ਹੁੰਦਾ ਜ਼ਰੂਰ ਹੈ, ਪਰ ਮੈਂ ਉਸਨੂੰ ਰਿਸ਼ਤੇ, ਪਿਆਰ ਅਤੇ ਮੇਕਅਪ ਖਰੀਦਣ 'ਤੇ ਉਡਾ ਦਿੰਦੀ ਹਾਂ। ਫਿਰ ਵੀ ਮੈਨੂੰ ਉਹ ਸਭ ਅਸਲੀ ਰੂਪ ਨਹੀਂ ਮਿਲਦਾ, ਕਿਉਂਕਿ ਮੇਰੇ ਕੋਲ ਉਹ ਲਿਬਾਸ ਜੋ ਨਹੀਂ ਹੈ, ਉਹ ਲਿਬਾਸ ਜੋ ਮੇਰੀ ਰੂਹ ਨੂੰ ਫਿੱਟ ਹੈ, ਮੇਰੇ ਤਨ ਨੂੰ ਨਹੀਂ। ਇਸੇ ਲਈ ਤਾਂ ਮੇਰਾ ਕੋਈ ਪਹਿਚਾਣ ਪੱਤਰ ਨਹੀਂ ਹੈ, ਆਇਡੈਂਟੀ ਕਾਰਡ ਨਹੀਂ ਹੈ, ਕਿਉਂਕਿ ਆਇਡੈਂਟੀ ਕਾਰਡ ਤਾਂ ਤਨ ਦੇ ਫਿੰਗਰ ਪ੍ਰਿੰਟ ਨਾਲ ਬਣ ਸਕਦਾ ਹੈ ਤੇ ਰੂਹ ਦਾ ਕੋਈ ਫਿੰਗਰ ਪ੍ਰਿੰਟ ਹੁਣ ਕੌਣ ਲਵੇ। ਤੇ ਮੈਂ ਉਸ ਦੇਸ਼ ਵਿੱਚ ਰਹਿੰਦੀ ਹਾਂ ਜਿਸ ਦਾ ਵਾਸੀ ਹੋਣ ਦਾ ਪ੍ਰਮਾਣ ਪੱਤਰ ਦੇਣਾ ਹੀ ਪੈਂਦਾ ਹੈ। ਤਾਂ ਹੀ ਰਾਸ਼ਨ ਕਾਰਡ ਬਣਦਾ ਹੈ, ਤਾਂ ਹੀ ਬੈਂਕ ਖਾਤਾ ਖੁੱਲ੍ਹਦਾ ਹੈ, ਤਾਂ ਹੀ ਗੈਸ ਸਿਲੰਡਰ ਮਿਲਦੇ ਤੇ ਤਾਂ ਹੀ ਵੋਟਰ ਕਾਰਡ ਬਣਦਾ। ਨਹੀਂ ਤਾਂ ਕੋਈ ਕਿਰਾਏ 'ਤੇ ਘਰ ਵੀ ਨਹੀਂ ਦਿੰਦਾ। ਆਹ ਮੇਰੀ ਮਕਾਨ ਮਾਲਕਣ ਨੇ ਵੀ ਮਜਬੂਰੀ 'ਚ ਦਿੱਤਾ ਹੈ। ਵਿਧਵਾ ਔਰਤ ਹੈ, ਪੁੱਤ ਇਸਦਾ ਫੌਜ ਵਿੱਚ ਹੈ। ਮੇਰੇ ਨਾਲ ਵੀ ਇਸਨੇ ਇਹੀ ਸ਼ਰਤ ਰੱਖੀ ਸੀ ਕਿ ਤੇਰੇ ਪਿੱਛੋਂ ਹੋਰ ਕੋਈ ਲਗੌੜ ਨਹੀਂ ਆਉਣੀ ਚਾਹੀਦੀ। ਤੇਰੇ ਵਰਗੇ ਮਲੂਕ ਜਿਹੇ ਲੌਂਡੇ ਨੂੰ ਮਸ਼ੂਕ ਬਣਨ ਦੀ ਗੰਦੀ ਆਦਤ ਹੁੰਦੀ ਹੈ। ਪਰ ਮੈਂ ਪੂਰੇ ਯਕੀਨ ਨਾਲ ਕਿਹਾ, ਨਾ ਆਂਟੀ ਨਾ, ਮੇਰਾ ਇਹ ਚਾਅ ਵੀ ਲੱਥ ਚੁੱਕਾ ਹੈ। ਜਾਣ ਲਿਆ ਹੈ ਕਿ ਮੈਂ ਸਿਰਫ ਰਾਤ ਭਰ ਦੀ ਮਸ਼ੂਕ ਹੀ ਹੋ ਸਕਦੀ ਹਾਂ। ਉਫ਼, ਕੀ ਯਾਦ ਆ ਗਿਆ। ਜਦੋਂ ਹੀ ਮੈਂ ਰੂਹ ਵਾਲਾ ਲਿਬਾਸ ਤਣ 'ਤੇ ਪਾਇਆ ਤਾਂ ਮੇਰੇ ਪੈਰ ਆਪ ਮੁਹਾਰੇ ਹੀ ਥਿਰਕ ਪਏ। ਮੈਂ ਕਿਤੋਂ ਨਹੀਂ ਸਿੱਖਿਆ ਨੱਚਣਾ, ਬਸ ਜਿਵੇਂ ਬੀਣ 'ਤੇ ਕੋਈ ਨਾਗਣ ਮਸਤ ਹੋ ਉੱਠਦੀ ਹੈ ਤੇ ਆਪ ਮੁਹਾਰੇ ਹੀ ਸਪੇਰੇ ਦੇ ਹੱਥੀਂ ਆ ਜਾਂਦੀ ਹੈ, ਉਵੇਂ ਹੀ ਹੋਇਆ। ਮੈਂ ਘਰੋਂ ਨਿਕਲੀ ਤਾਂ ਚੌਂਕ ਵਿੱਚ ਕਿਸੇ ਦੀ ਘੋੜੀ ਕੱਢੀ ਜਾ ਰਹੀ ਸੀ। ਬੈਂਡ ਦੀ ਧੁਨ ਨੇ ਮੈਨੂੰ ਨਾਗਣ ਵਾਂਗ ਮਸਤ ਕਰ ਖਿੱਚ ਲਿਆ। ਮੈਂ ਖਿੱਚੀ ਹੋਈ ਨੱਚਣ ਲੱਗੀ ਤੇ ਉਸ ਰਾਤ ਮੇਰੇ 'ਤੇ ਨੋਟਾਂ ਦੀ ਬਰਸਾਤ ਨੇ ਮੇਰੇ ਪੈਰਾਂ ਲਈ ਨਵਾਂ ਰਾਹ ਬਣਾ ਦਿੱਤਾ ਸੀ। ਕਿੰਨਾ ਚਿਰ ਮੈਂ ਫੁੱਟਪਾਥ 'ਤੇ ਸੌਂਦੀ ਤੇ ਕੋਈ ਨਾ ਕੋਈ ਬਰਾਤ ਜਾਂ ਘੋੜੀ ਨਿਕਲਣ ਦੀ ਉਡੀਕ ਕਰਦੀ। ਵਿਆਹ ਦਾ ਸਮਾਂ ਸੀ ਉਹ, ਤੇ ਫਿਰ ਇੱਕ ਦਿਨ ਇਸੇ ਜੋਤੀ ਭਾਬੀ ਦੇ ਘਰ ਵਾਲੇ ਦੇ ਸੰਪਰਕ ਵਿੱਚ ਆਈ ਤਾਂ ਜ਼ਿੰਦਗੀ ਰੁੜ ਪਈ। ਕਿਰਾਏ 'ਤੇ ਘਰ ਲਿਆ, ਕਾਫੀ ਸਾਰਾ ਸਮਾਨ ਕਿਸ਼ਤਾਂ 'ਤੇ ਬਣਾ ਲਿਆ ਸੀ। ਪੂਰਾ 5 ਲੱਖ ਰੁਪਇਆ ਮੈਂ ਮਹੀਨਿਆਂ 'ਚ ਹੀ ਕਮਾ ਲਿਆ। ਹਰ ਰਾਤ ਦੀ 2-2 ਪ੍ਰੋਗਰਾਮ ਆਏ ਰਹਿੰਦੇ ਤੇ ਇੱਕ ਰਾਤ ਮਸਤਾਂ ਦੀ ਕਿਸੇ ਮਹਿਫਲ ਵਿੱਚ ਮਸਤ ਹੋ ਕੇ ਨੱਚਦੀ ਹੋਈ ਮੈਂ ਉਸਨੂੰ ਬਹੁਤ ਪਸੰਦ ਆ ਗਈ। ਉਸਨੇ ਮੇਰੇ ਪੈਰੀਂ ਹਥੇਲੀਆਂ ਵਿਛਾ ਦਿੱਤੀਆਂ। ਮਨ ਦੀ ਤਪਦੀ ਜ਼ਮੀਨ 'ਤੇ ਉਹਦੇ ਪਿਆਰ ਦੀਆਂ ਪਈਆਂ ਕੁਝ ਛਿੱਟਾਂ ਨੇ ਹੀ ਮੈਨੂੰ ਰਾਹਤ ਦੇ ਗਈਆਂ। ਮੈਂ ਦੁਨੀਆ 'ਤੇ ਸਭ ਤੋਂ ਵੱਧ ਖੁਸ਼ਕਿਸਮਤ ਮਹਿਸੂਸ ਕਰ ਰਹੀ ਸਾਂ। ਕਿਸੇ ਨੂੰ ਵੀ ਰੱਜ ਜਾਣ ਦੇ ਲਈ ਪਿਆਰ ਤੇ ਪੈਸਾ ਦੋਵੇਂ ਹੀ ਚਾਹੀਦੇ ਹਨ ਤੇ ਮੈਨੂੰ ਉਹ ਮਿਲ ਚੁੱਕੇ ਸਨ। ਪਰ ਮੇਰੀ ਕਿਸਮਤ, ਮਕਾਨ ਮਾਲਕ ਨੂੰ ਪਤਾ ਸੀ ਕਿ ਮੇਰਾ ਕੋਈ ਬੈਂਕ ਖਾਤਾ ਨਹੀਂ ਤੇ ਇੱਕ ਦਿਨ ਪ੍ਰੋਗਰਾਮ 'ਤੇ ਗਈ ਨੂੰ ਫੋਨ ਗਿਆ ਕਿ ਤੇਰੇ ਕਮਰੇ ਵਿੱਚ ਅੱਗ ਲੱਗ ਗਈ, ਸਰਕਟ ਸ਼ਾਰਟ ਹੋ ਗਿਆ। ਮੁੜੀ ਤਾਂ ਦੇਖਿਆ ਸਿਰਫ ਮੇਰੀ ਅਲਮਾਰੀ ਹੀ ਸੜੀ ਸੀ। ਮਾਲਕ ਸ਼ਾਇਦ ਕਹਿੰਦਾ ਗਲਤੀ ਨਾਲ ਮੈਂ ਗਰਮ ਪ੍ਰੈਸ ਹੀ ਅਲਮਾਰੀ ਵਿੱਚ ਰੱਖ ਦਿੱਤੀ। ਲੁੱਟੀ ਗਈ ਮੈਂ ਤਾਂ, ਪਰ ਕਿਸੇ ਨੂੰ ਕੋਈ ਸਬੂਤ ਕਿਵੇਂ ਦਿੰਦੀ। ਇਸ ਔਖੀ ਘੜੀ ਉਹ ਆਪਣੀ ਮਾਂ ਤੇ ਭੈਣ ਨਾਲ ਆਇਆ, ਬੜੇ ਹੌਸਲੇ ਨਾਲ ਘਰ ਲੈ ਕੇ ਗਿਆ। ਪੂਰਾ ਹਫ਼ਤਾ ਮੈਨੂੰ ਉਹ ਪਿਆਰ ਦਿੱਤਾ ਕਿ ਮੈਂ ਆਪਣਾ ਨੁਕਸਾਨ ਭੁੱਲ ਗਈ। ਵੈਸੇ ਵੀ ਮੈਂ ਪੈਸੇ ਨੂੰ ਹੱਥਾਂ ਦੀ ਥਾਂ ਪੈਰਾਂ ਦੀ ਮੈਲ ਸਮਝ ਕੇ ਖੁਦ ਨੂੰ ਦਿਲਾਸਾ ਦੇ ਹੀ ਲਿਆ। ਇੱਕ ਦਿਨ ਉਸਦੀ ਮਾਂ ਨੇ ਕਿਹਾ ਕਿ ਘਰ ਦੇ ਕੰਮਾਂ ਵਿੱਚ ਹੱਥ ਵਟਾਵਾਂ ਤਾਂ ਕਿ ਮੇਰਾ ਮਨ ਲੱਗਿਆ ਰਹੇ, ਪਰ ਹੱਥ ਵਟਾਉਂਦੀ ਦੇ ਸਭ ਹੱਥੀਂ ਪੈ ਗਿਆ। ਕੁਝ ਦੇਰ ਤਾਂ ਸੱਜ ਵਿਆਹੀ ਮਹਿਸੂਸ ਕੀਤਾ, ਸੇਜ ਵੀ ਮਾਣੀ ਤੇ ਸ਼ਿੰਗਾਰ ਵੀ ਕੀਤਾ, ਪਰ ਬੇਗਾਨੀ ਜ਼ਿੰਦਗੀ ਨਸੂਰ ਬਣ ਗਈ। ਗੁਲਾਮੀ ਦੀ ਕੰਗਾਰ 'ਤੇ ਆ ਗਈ। ਪ੍ਰੋਗਰਾਮ 'ਤੇ ਜਾਂਦੀ ਤਾਂ ਪਰਸ ਬਰਾਂਡੇ 'ਚ ਰੱਖਣ ਦਾ ਹੁਕਮ ਹੁੰਦਾ, 3 ਪਹਿਰ ਸੇਜ ਸਜਾਉਣ ਦੀ ਹੁਕਮ,
ਅਦੁੱਲੀ ਦੀ ਸਜ਼ਾ ਮੇਰੇ ਤਣ 'ਤੇ ਉਕਰੀ ਜਾਂਦੀ। ਨੱਚਿਆ ਨਾ ਜਾਂਦਾ, ਲੱਕ ਮਟਕਾਉਣਾ ਤਾਂ ਦੂਰ, ਲੱਕ ਸਿੱਧਾ ਵੀ ਨਾ ਹੁੰਦਾ। ਤੇ ਇੱਕ ਦਿਨ ਮੈਂ ਆਪਣੇ ਸਿਰ ਤੋਂ ਉਸ ਓਪਰੀ ਰੂਹ ਦਾ ਸਾਇਆ ਉਤਾਰ ਦਿੱਤਾ, ਜਾਂ ਇਹ ਕਹੋ ਕਿ ਉਤਾਰਨਾ ਪਿਆ। ਤੇ ਫਿਰ ਇੱਕ ਲੰਮੀ ਹੱਥੋਂ ਪਈ ਅਤੇ ਲਹੂ ਬੀਟਵੀਂ ਖਿੱਚੋਤਾਣ ਨਾਲ ਮੇਰੀ ਉਹ ਗੁਲਾਮੀ ਟੁੱਟੀ। ਹੁਣ ਲਾਕਡਾਊਨ ਤੋਂ ਪਹਿਲਾਂ ਤੱਕ ਪੂਰੀ ਆਜ਼ਾਦ ਸਾਂ, ਮੱਟ ਚਾਹਿਆ ਲਿਬਾਸ ਵੀ ਪਾਉਂਦੇ ਸਾਂ, ਖੁਸ਼ ਸਾਂ। ਕਿਸੇ ਵੀ ਦੋਸਤ ਜਾਂ ਦੁੱਖ ਦੇਖਣਾ ਦੁੱਭਰ ਸੀ ਮੈਨੂੰ। ਹਲੇ ਲਾਕਡਾਊਨ ਤੋਂ 2 ਦਿਨ ਪਹਿਲਾਂ ਹੀ ਰਵੀ ਦਾ ਫੋਨ ਆਇਆ ਤੇ ਮੈਂ ਅਲਮਾਰੀ ਵਿੱਚ ਪਏ 13,000 ਵਿੱਚੋਂ 10,000 ਰੁਪਏ ਰਵੀ ਨੂੰ ਦੇ ਦਿੱਤੇ ਸਨ, ਕਿਉਂਕਿ ਪ੍ਰਾਈਵੇਟ ਨਰਸਿੰਗ ਹੋਮ ਵਾਲੇ ਉਸਦੀ ਆਪਰੇਸ਼ਨ ਨਾਲ ਹੋਈ ਧੀ ਅਤੇ ਵਹੁਟੀ ਨੂੰ ਛੁੱਟੀ ਨਹੀਂ ਸੀ ਦੇ ਰਹੇ। ਤੇ ਠੀਕ ਉਦੋਂ ਹੀ ਇੱਕ ਦਿਨ ਦੇ ਸਵੈ ਅਨੁਸ਼ਾਸਨ ਦੀ ਨਵੀਂ ਅਚੰਭੇ ਭਰੀ ਖੇਡ ਵਿੱਚ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਮਿਲਿਆ। ਕਿੰਨਾ ਚਾਅ ਸੀ ਮੈਨੂੰ ਉਸ ਇੱਕ ਦਿਨ ਦੀ ਖੇਡ ਦਾ। ਮੈਂ ਸ਼ਾਮ ਨੂੰ ਚੁਬਾਰੇ ਚੜ੍ਹ ਖੂਬ ਥਾਲੀ ਖੜਕਾਈ ਸੀ, ਕਿਉਂਕਿ ਮੇਰੀ ਥਾਲੀ 'ਚ ਆਉਣ ਵਾਲੇ 20 ਦਿਨਾਂ ਦੇ ਪ੍ਰੋਗਰਾਮ ਦਾ ਪਹਿਲਾਂ ਹੀ ਪਰੋਸੇ ਹੋਏ ਸਨ। ਨਹੀਂ ਸਾਂ ਜਾਣਦੇ ਕਿ ਥਾਲੀ ਖੜਕਾਉਣ ਦਾ ਮਤਲਬ ਮੇਰੇ ਲਈ ਉਹੀ ਹੋ ਜਾਵੇਗਾ ਜੋ ਨਾਲ ਦੇ ਘਰ ਦੀ ਬੁੱਢੀ ਆਂਟੀ ਵੱਲੋਂ ਰੋਜ਼ 2 ਟਾਈਮ ਥਾਲੀ ਖੜਕਾਉਣਾ ਹੁੰਦਾ ਸੀ। ਨਹੀਂ ਸਾਂ ਜਾਣਦੀ ਕਿ ਆਂਟੀ ਵਰਗੀ ਫੀਲਿੰਗ ਤਨ 'ਤੇ ਹੰਢਾਉਣੀ ਪਵੇਗੀ, ਕਿਉਂਕਿ ਦੂਜੇ ਦਿਨ ਦਾ ਐਲਾਨ ਸੁਣ ਤਾਂ ਮਾਲਕਣ ਆਂਟੀ ਨੇ ਵੀ ਮਹੀਨੇ ਦਾ ਕਿਰਾਇਆ ਐਡਵਾਂਸ ਮੰਗ ਲਿਆ। ਤੇ ਬਿਲਕੁਲ ਉਸੇ ਸਮੇਂ ਨਾਲ ਵਾਲੀ ਆਂਟੀ ਨੇ ਥਾਲੀ ਖੜਕਾਉਣੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਚੂਕਣਾ ਟੁੱਟਿਆ ਹੋਣ ਕਾਰਨ ਉਹ ਸਿਰਫ ਕਮਰੇ 'ਚ ਹੀ ਮੰਜੇ 'ਤੇ ਪਈ ਰਹਿੰਦੀ। ਜਦ ਉਸ ਨੂੰ ਭੁੱਖ ਲੱਗਦੀ ਤਾਂ ਥਾਲੀ ਖੜਕਾ ਦਿੰਦੀ। ਹਾਲ ਮੇਰਾ ਵੀ ਉਹੀ ਹੈ, ਪਰ ਮੇਰੀ ਖੜਕਦੀ ਥਾਲੀ ਕੋਈ ਨਹੀਂ ਸੁਣੇਗਾ। ਸਭ ਸੁਣਦੇ ਨੇ, ਸਭ ਕਹਿੰਦੇ ਨੇ ਕਿ ਰੂਹੀ ਜਾਨ ਕੋਲ ਬਹੁਤ ਪੈਸਾ ਹੈ, ਹਰ ਰਾਤ ਪਰਸ ਭਰਦੀ ਹੈ। ਪਰ ਹੁਣ ਰਾਤ ਤਾਂ ਆਉਂਦੀ ਹੈ, ਮੈਂ ਨੱਚਦੀ ਵੀ ਹਾਂ, ਪਰ ਪਰਸ ਭਰਨ ਲਈ ਨਹੀਂ, ਖੁਦ ਨੂੰ ਥਕਾਉਣ ਲਈ। ਦੇਰ ਰਾਤ ਤੱਕ ਨੱਚਦੀ ਹਾਂ ਤੇ ਪਾਣੀ ਦਾ ਗਲਾਸ ਪੀ ਕੇ ਸੌਂ ਜਾਂਦੀ ਹਾਂ। ਦੁਪਹਿਰ ਤੱਕ ਉੱਠਦੀ ਹਾਂ ਤਾਂ ਰਾਸ਼ਨ ਬਚਿਆ ਰਹੇ। ਮੈਂ ਇੱਕੋ ਡੰਗ ਦੇ ਖਾਣੇ ਨਾਲ ਪੇਟ ਭਰ ਸਾਰਦੀ ਹਾਂ। ਜਿਨ੍ਹਾਂ ਦੀ ਇੱਕ ਫੋਨ ਕਾਲ 'ਤੇ ਪੈਸੇ ਭੇਜ ਦਿੰਦੀ ਸਾਂ, ਉਹਨਾਂ ਤੋਂ ਇਹਨਾਂ ਹਾਲਾਤਾਂ ਵਿੱਚ ਕਿਵੇਂ ਮੰਗਾਂ? ਸਾਰੇ ਹੀ ਮੇਰੇ ਵਰਗੇ ਨੇ। ਬੀਰੋ ਮਹੰਤ ਕਦੋਂ ਦੀ ਕਹਿੰਦੀ ਹੈ ਮੇਰੇ ਕੋਲ ਆ ਜਾ, ਪਰ ਆਹ ਲਮਕਦਾ ਬੋਝ ਲਹਾ ਕੇ ਆਈ। ਮੇਰੇ ਵਰਗੀ ਦੋਹਰੀ ਰੂਹ ਵਾਲੇ ਵੀ ਆਖਦੇ ਨੇ ਆ ਜਾ, ਹੋਰ ਨਹੀਂ ਤਾਂ ਖਾਂਜਰਾ ਕਰਕੇ ਖਾਵਾਂਗੇ। ਜਾਣਦੀ ਹਾਂ ਵੱਡੇ ਚਲਾਕਾਂ ਨੂੰ, ਇਸੇ ਕਰਕੇ ਹੀ ਕਈ ਮਰਨ ਕੰਢੇ ਪਹੁੰਚੇ ਹੋਏ ਆ। ਡਾਂਕੇ ਦੀ ਚੋਟ 'ਤੇ ਕਹਿੰਦੀ ਹਾਂ ਕਿ ਮੈਂ ਖਾਂਜਰਾ ਨਹੀਂ ਕਰਾਂਗੀ। ਉਹ ਲੇਖਿਕਾ ਸਹੇਲੀ ਕਹਿੰਦੀ ਹੈ ਕਿ ਮੈਂ ਮੁੰਡਾ ਹਾਂ ਤਾਂ ਮੁੰਡਾ ਬਣ ਕੇ ਰਹਿ ਲਵਾਂ। ਉਸ ਨੂੰ ਇਹ ਨਹੀਂ ਪਤਾ ਕਿ ਜਨਾਨਾ ਚਾਲ ਢਾਲ ਤੇ ਹਰਕਤਾਂ ਸਿਰਫ ਜਨਾਨਾ ਲਿਬਾਸ ਦੀ ਸ਼ੋਭਾ ਹੀ ਹਨ। ਮਰਦ ਲਿਬਾਸ 'ਚ ਇਹ ਸਭ ਹੋਰ ਵੀ ਅਸੁਰੱਖਿਅਤ ਕਰ ਦਿੰਦਾ ਮੈਨੂੰ। ਮੈਂ ਆਪਣੀ ਇੱਜ਼ਤ ਬਚਾਉਣ ਲਈ ਹੀ ਜਨਾਨਾ ਲਿਬਾਸ ਪਾਇਆ, ਜੋ ਮੇਰੀ ਰੂਹ ਦਾ ਲਿਬਾਸ ਹੈ। ਉਸ ਲੇਖਿਕਾ ਨੂੰ ਇਹ ਨਹੀਂ ਪਤਾ ਕਿ ਮੈਨੂੰ ਮਦਦ ਮਿਲਦੀ ਨਹੀਂ, ਖਰੀਦਣੀ ਪੈਂਦੀ ਹੈ। ਆਪਣੇ ਪੇਟ ਦੀ ਗਰਾਹੀ ਲਈ ਕਿਸੇ ਦੇ ਤਣ ਦੀ ਗਰਾਹੀ ਮੈਂ ਨਹੀਂ ਬਣਾਂਗੀ, ਪਰ ਮੈਂ ਜੀਵਾਂਗੀ, ਮੰਨਾਂਗੀ ਹੁਕਮ ਦੇਸ਼ ਦੀ ਸਰਕਾਰ ਨੇ, ਭਾਵੇਂ ਕਿ ਉਹ ਮੈਨੂੰ ਨਾ 3 'ਚੋਂ ਨਾ 135 ਕਰੋੜ 'ਚ ਕਿਤੇ ਵੀ ਨਹੀਂ ਮੰਨਦੀ। ਫਿਰ ਵੀ ਮੈਂ ਜੀਆਂਗੀ ਉਦੋਂ ਤੱਕ ਜਦ ਤੱਕ ਮੈਂ ਸ਼ੀਸ਼ੇ ਮੂਹਰੇ ਖੜ੍ਹ ਸੋਹਣੀ ਬਣ ਸਕਦੀ ਹਾਂ, ਜਦ ਤੱਕ ਮੇਰੀ ਅੱਡੀ ਦੀ ਧਮਕ, ਮੇਰੇ ਲੱਕ ਦੀ ਲਚਕ, ਮੇਰੀ ਅੱਖ ਦੀ ਮਟਕ ਤੇ ਮੇਰੀਆਂ ਗੱਲਾਂ ਦੀ ਚਟਕ ਬਾਕੀ ਹੈ। ਮੈਂ ਜੀਆਂਗੀ, ਖੁਸ਼ੀ ਦੇ ਨਾਲ ਜੀਆਂਗੀ। ਮੈਂ ਟਰਾਂਸ ਵੂਮਨ ਜੋ ਹਾਂ, ਲਾਕਡਾਊਨ ਖੁੱਲ੍ਹਣ ਦੀ ਆਸ ਨਾਲ ਜੀਆਂਗੀ, ਕਿਉਂਕਿ ਮੈਂ ਟਰਾਂਸ ਵੂਮਨ ਜੋ ਹਾਂ, ਰੂਹੀ ਜਾਨ ਜੋ ਹਾਂ। ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।